ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਇਸ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਅਵਿਨਾਸ਼ ਕੌਰ ਗਿੱਲ ਜੀ ਨਾਲ, ਜਿਹੜੇ ਕਿ ਇੱਕ ਲੇਖਕ ਨੇ, ਪਰ ਇਹ ਲੇਖਕ ਬਾਈ ਪ੍ਰੋਫੈਸ਼ਨ ਨਹੀਂ। ਇਹਨਾਂ ਦੇ ਵੱਲੋਂ ਜਿਹੜੀਆਂ ਲਿਖਤਾਂ ਲਿਖੀਆਂ ਗਈਆਂ ਨੇ ਉਸ ਵਿੱਚ ਮੁੱਖ ਮਕਸਦ ਹੈ ਕਿ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਅਤੇ ਖਾਸ ਤੌਰ ਉੱਤੇ ਜਿਹੜਾ ਸਾਡਾ ਕਲਚਰ ਹੈ ਉਸ ਨੂੰ ਐਜ਼ ਅ ਲੈਗੇਸੀ ਉਸ ਨੂੰ ਕੰਟੀਨਿਊ ਕੀਤਾ ਜਾ ਸਕੇ। ਆਓ ਇਸ ਸੰਬੰਧ ਵਿੱਚ ਅੱਜ ਗੱਲਬਾਤ ਕਰਦੇ ਹਾਂ ਅਵਿਨਾਸ਼ ਕੌਰ ਗਿੱਲ ਜੀ ਨਾਲ। ਜੀ ਆਨੰਦ ਜੀ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸੋ ਥੋੜ੍ਹਾ ਜਿਹਾ ਤੁਹਾਡਾ ਪਿਛੋਕੜ ਜੀ, ਤੁਸੀਂ ਕੈਨੇਡਾ ਕਦੋਂ ਆਏ ਅਤੇ ਇਹ ਲਿਖਣ ਵਾਲੇ ਪਾਸੇ ਕਿਵੇਂ ਪਏ? ਮੈਂ ਕੈਨੇਡਾ ਆਈ 1973 ਵਿੱਚ ਤੇ ਇਸ ਤੋਂ ਪਹਿਲਾਂ ਮੈਂ 1960 ਵਿੱਚ ਇੰਗਲੈਂਡ ਹੈਗੀ ਸੀਗੀ। ਅੱਛਾ ਜੀ। ਤੇ ਲਿਖਣ ਦਾ ਤਾਂ ਕੁਝ ਸੋਚਿਆ ਨਹੀਂ ਸੀਗਾ ਹੈਗਾ, ਪਰ ਮੈਨੂੰ ਬੱਚਿਆਂ ਨਾਲ ਵੈਸੇ ਆਲਵੇਜ਼ ਬਹੁਤ ਜ਼ਿਆਦਾ ਲਗਾਓ ਰਿਹਾ ਹੈਗਾ ਜੀ। ਤੇ ਬੱਚਿਆਂ ਨਾਲ ਮੈਂ ਜਦੋਂ ਖੇਡਣਾ ਬੜਾ ਚੰਗਾ ਲੱਗਦਾ ਸੀ। ਉਹਨਾਂ ਨੂੰ ਆਪਣੇ ਬੱਚਿਆਂ ਨੂੰ ਲੋਰੀਆਂ ਸਿਖਾਉਂਦੀ ਸੀਗੀ। ਫਿਰ ਜਦੋਂ ਸਕੂਲੇ ਜਾ ਕੇ ਉਹਨਾਂ ਨੇ ਅੰਗਰੇਜ਼ੀ ਦੀਆਂ ਲੋਰੀਆਂ ਇੱਦਾਂ ਦੀਆਂ ਕੁਛ ਲਲਾਬਾਈ ਸਿੱਖੀਆਂ ਤੇ ਉਹ ਮੈਂ ਸਿੱਖੀਆਂ, ਨਾਲ ਸਿੱਖ ਗਈ। ਮੈਨੂੰ ਬਹੁਤ ਚੰਗਾ ਲੱਗਦਾ ਸੀਗਾ ਤੇ ਇਹਦੇ ਨਾਲ ਮੈਨੂੰ ਇਹ ਵੀ ਲੱਗਦਾ ਸੀਗਾ ਕਿ ਮੇਰੇ ਬੱਚੇ ਜਿਹੜੇ ਹੈਗੇ ਫਨ ਵਿੱਚ ਪੰਜਾਬੀ ਸਿੱਖ ਰਹੇ ਨੇ, ਹਨਾ, ਨਾ ਕਿ ਉਹਨਾਂ ਤੇ ਥੋਪਿਆ ਜਾ ਰਿਹਾ ਹੈਗਾ। ਤੇ ਉਹਦਾ ਵੈਸੇ ਲੇਟਰ ਔਨ ਮੈਂ ਉਹਨਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਸਿਖਾਈ ਹੈਗੀ ਆ, ਫਿਰ ਸਕੂਲ ਵੀ ਭੇਜਿਆ ਹੈਗਾ। ਐਂਡ ਆਮ ਵੈਰੀ ਪ੍ਰਾਊਡ ਕਿ ਉਹ ਬਹੁਤ ਚੰਗੀ ਤਰ੍ਹਾਂ ਮੇਰੇ ਨਾਲੋਂ ਚੰਗੀ ਪੰਜਾਬੀ ਬੋਲਦੇ ਆ। ਅੱਛਾ ਜੀ। ਮੈਨੂੰ ਕਹਿ ਦਿੰਦੇ ਆ ਇਹ ਕੀ ਤੁਸੀਂ ਖਿਚੜੀ ਕਰ ਦਿੱਤੀ ਹੈਗੀ ਆ। ਹਾਂਜੀ, ਉਹਨਾਂ ਨੂੰ ਮਤਲਬ ਕਿ ਬਹੁਤ ਪ੍ਰੋਫੈਸ਼ਨਲ ਹੈਗੇ ਆ, ਇਸ ਕਰਕੇ ਉਹਨਾਂ ਨੂੰ ਪਤਾ ਲੱਗਦਾ ਵੀ ਕਦੋਂ ਬਦਲਣਾ ਤੇ ਕਦੋਂ ਪੰਜਾਬੀ ਬੋਲਣੀ, ਕਦੋਂ ਅੰਗਰੇਜ਼ੀ ਬੋਲਣੀ। ਹਾਂਜੀ, ਬਹੁਤ। ਸੋ ਅਵਿਨਾਸ਼ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੱਚਿਆਂ ਤੋਂ ਪ੍ਰੇਰਿਤ ਹੋ ਕੇ ਤੁਹਾਡੇ ਉਹਨਾਂ ਨਾਲ ਹਰ ਮਾਂ ਜਿਹੜੀ ਹੈ, ਹਰ ਦਾਦੀ ਜਿਹੜੀ ਹੈ, ਨਾਨੀ ਜਿਹੜੀ ਹੈ, ਆਪਣੇ ਸਿਬਲਿੰਗਸ ਨਾਲ ਇੰਟਰੈਕਟ ਕਰਦੇ ਹੈ, ਪਰ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਸਮਝਿਆ ਕਿ ਨਹੀਂ ਹੁਣ ਲਿਖਣ ਵਾਲੇ ਪਾਸੇ ਪਾਓ? ਕੀ ਕੋਈ ਬੈਕਗਰਾਊਂਡ ਸੀ ਇੰਡੀਆ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ? ਤੁਸੀਂ ਕੋਈ ਟੀਚਰ ਵਗੈਰਾ ਸੀ? ਨਹੀਂ ਜੀ, ਨਾ, ਮੈਂ ਕੋਈ ਟੀਚਰ ਨਹੀਂ ਹੈਗੀ ਸੀਗੀ। ਮੇਰੀਆਂ ਵੈਸੇ ਬਹੂਆਂ ਨੇ ਮੈਨੂੰ ਐਨਕਰੇਜ ਕਰਿਆ ਹੈਗਾ। ਮੈਂ ਜਦੋਂ ਆਪਣੇ ਪੋਤੇ ਪੋਤੀਆਂ ਨਾਲ ਖੇਡਦੀ ਸੀਗੀ ਨਾ, ਗਾਉਂਦੀ ਸੀਗੀ, ਅਸੀਂ ਖੇਡਦੇ ਸੀਗੇ, ਜਿਹੜੀਆਂ ਪੰਜਾਬੀ ਗੇਮਸ ਖੇਡਦੇ ਸੀਗੇ, ਲੱਲਾਬਾਈਜ਼, ਲੋਰੀਆਂ ਗਾਉਂਦੇ ਸੀਗੇ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਜਿਹੜੇ ਤੁਸੀਂ ਕਰਦੇ ਹੁੰਦੇ ਇਹਨਾਂ ਨੂੰ ਲਿਖ ਕੇ ਰੱਖ ਦਿਓ ਕਿ ਵੀ ਸਾਡੇ ਕੋਲ ਪਈਆਂ ਰਹਿਣ। ਅੱਛਾ ਜੀ। ਤਾਂ ਮੈਂ ਫਿਰ ਉਹ ਲਿਖ ਕੇ ਉਹਨਾਂ ਨੂੰ ਦੇ ਦਿੱਤੀਆਂ। ਤਾਂ ਉਹ ਸਾਲ ਕੁ ਪਰ ਉਹਨਾਂ ਕੋਲ ਪਈਆਂ ਰਹੀਆਂ ਕਿਉਂਕਿ ਬੱਚੇ ਬਿਜ਼ੀ ਹੁੰਦੇ ਹੈਗੇ ਆ, ਤਾਂ ਉਹਨਾਂ ਤੋਂ ਹੋਈਆਂ ਨਹੀਂ। ਫਿਰ ਉਹ ਮੈਨੂੰ ਫਿਰ ਆਈਡੀਆ ਆ ਗਿਆ ਕਿ ਮੈਂ ਕੀ ਕਰਨਾ ਹੈਗਾ। ਫਿਰ ਮੈਂ ਕਿਹਾ ਹੁਣ ਤੁਸੀਂ ਮੈਨੂੰ ਵਾਪਸ ਦੇ ਦਿਓ, ਮੈਨੂੰ ਆਈਡੀਆ ਹੁਣ ਆ ਗਿਆ ਮੈਂ ਕੀ ਕਰਨਾ ਹੈਗਾ। ਨਾ, ਫਿਰ ਮੈਂ ਪੰਜਾਬੀ ਵੀ ਪੜ੍ਹਾਉਂਦੀ ਹੈਗੀ ਸੀਗੀ, ਕਮਿਊਨਿਟੀ ਸੈਂਟਰ ਤੋਂ ਲਿਆ ਹੋਇਆ ਸੀ ਕਮਰਾ, ਤਾਂ ਜਿਹੜੇ ਬੱਚੇ ਆਉਂਦੇ ਸੀ ਉਹਨਾਂ ਪੜ੍ਹਾਉਂਦੀ ਸੀ। ਮੇਰੇ ਵੈਸੇ ਪੰਜਾਬੀ ਪੜ੍ਹਨ ਵਾਲੇ ਜ਼ਿਆਦਾ ਮਿਕਸ ਮੈਰਿਜਿਸ ਰਹੀਆਂ ਕੋਕਟਲਨ ਵਿੱਚ, ਹੈ ਨਾ। ਤੇ ਉਹ ਜਦੋਂ ਮੈਂ ਉਹਨਾਂ ਨੂੰ ਲੋਰੀਆਂ ਸੁਣਾਉਂਦੀ ਸੀ ਨਾ ਜੀ, ਸਿਖਾਉਂਦੀ ਸੀ, ਗੇਮਸ ਸਿਖਾਉਂਦੀ ਸੀਗੀ, ਫਿਰ ਉਹ ਘਰ ਜਾ ਕੇ ਆਪਣੀ ਨਾਨੀ ਜਾਂ ਦਾਦੀ ਨੂੰ ਦੱਸਦੇ ਸੀ। ਉਹ ਬਹੁਤ ਖੁਸ਼ ਹੁੰਦੇ ਸੀ ਕਿ ਮੇਰੀ ਨਾਨੀ ਨੂੰ ਵੀ ਆਉਂਦੀ ਹੈ ਤੇ ਮੇਰੀ ਦਾਦੀ ਨੂੰ ਵੀ ਇਹ ਆਉਂਦੀ ਜਾਂ ਕੁਛ ਵੀ ਸੀਗਾ। ਉਹ ਜਿਹੜੀ ਮੈਨੂੰ ਐਕਸਾਈਟਮੈਂਟ ਦਿੰਦੇ ਸੀਗੇ ਨਾ, ਖੁਸ਼ੀ ਹੋ ਕੇ ਕਿ ਵੀ ਮੈਨੂੰ ਇਹ ਆ ਗਿਆ ਤਾਂ ਹੁਣ ਮੈਂ ਆਪਣੀ ਨਾਨੀ ਜਾਂ ਦਾਦੀ ਨੂੰ ਸੁਣਾ ਸਕਦਾ ਹੈਗਾ। ਤੇ ਉਹਦੇ ਨਾਲ ਫਿਰ ਮੈਂ ਇਹ ਕਿਤਾਬ ਇਹ ਕਰੀ। ਅੱਛਾ ਜੀ। ਦਾਦੀ ਦੀਆਂ ਲੋਰੀਆਂ ਜਿਹੜੀਆਂ ਮੇਰੀਆਂ ਸੀਗੀਆਂ ਮੈਂ ਕਰੀਆਂ। ਤੇ ਮੈਨੂੰ ਇੱਕ ਬੱਚੇ ਦੀ ਮਾਂ ਜਿਹੜੀ ਸੀਗੀ ਉਹ ਪੇਂਟ ਵਗੈਰਾ, ਡਰਾਇੰਗ ਵਗੈਰਾ ਕਰਦੇ ਸੀਗੇ। ਫਿਰ ਮੈਂ ਉਹਨੂੰ ਦੱਸਿਆ ਕਿ ਇਹ ਮੈਂ ਪਿਕਚਰ, ਇਹ ਕਹਾਣੀ ਇੱਦਾਂ, ਲੋਰੀ ਇੱਦਾਂ ਆ, ਤਾਂ ਮੈਂ ਇਹ ਪਿਕਚਰ ਚਾਹੁੰਦੀ ਹਾਂ। ਉਹਨੇ ਫਿਰ ਨਾਲ ਪਿਕਚਰਾਂ ਵੀ ਬਣਾ ਦਿੱਤੀਆਂ। ਫਿਰ ਮੈਨੂੰ ਬੜਾ ਚੰਗਾ ਲੱਗਿਆ। ਤੇ ਉਹ ਤੋਂ ਬਾਅਦ ਮੈਂ ਫਿਰ ਸੋਚਿਆ ਕਿ ਫਿਰ ਮੈਨੂੰ ਇਕੱਠੀਆਂ ਕਰਨ ਲੱਗੀ। ਫਿਰ ਉਹ ਮੈਨੂੰ ਹੁਣ ਯੰਗ ਮਾਵਾਂ ਕੋਲੋਂ ਮਿਲ ਗਈਆਂ ਜਿਹੜੀਆਂ ਕਿ ਮੈਨੂੰ ਨਹੀਂ ਉਹਨਾਂ ਦਾ ਪਤਾ ਸੀਗਾ ਇੰਡੀਆ ਵਿੱਚ, ਉਹ ਤੋਂ ਬਾਅਦ ਵਿੱਚ ਆਈਆਂ ਹੈਗੀਆਂ, ਉਹਨਾਂ ਨੇ ਥੋੜ੍ਹਾ ਚੇਂਜ ਹੋਈਆਂ। ਫਿਰ ਮੈਂ ਉਹ ਕਲੈਕਟ ਕਰ ਲਈਆਂ। ਤੇ ਉਹ ਕਲੈਕਟ ਕਰਕੇ ਫਿਰ ਮੈਂ ਇਹ ਬਣਾਈ। ਫਿਰ ਮੈਨੂੰ ਇਹ ਸੋਚਿਆ ਵੀ ਜੇ ਮੈਂ ਪੰਜਾਬੀ ਪ੍ਰਮੋਟ ਕਰਦੀ ਹੈਗੀ ਹਾਂ ਤਾਂ ਇਹ ਕਿਤਾਬਾਂ ਇੱਥੇ ਛਪਣੀਆਂ ਚਾਹੀਦੀਆਂ ਹੈਗੀਆਂ, ਨਾ ਕਿ ਇੰਡੀਆ। ਇਹ ਮੈਨੂੰ ਬਹੁਤ ਮੇਰਾ ਪੈਟ ਪੀ ਹੈਗਾ ਕਿ ਜੇ ਅਸੀਂ ਇੱਥੇ ਛਪਾਵਾਂਗੇ ਜੀ ਤਾਂ ਫਿਰ ਜਿਹੜੀ ਜੌਬਸ ਕ੍ਰੀਏਟ ਹੋ ਗਈਆਂ, ਪੰਜਾਬੀ ਦੀਆਂ ਜੌਬਸ ਹੁਣ ਇਸ ਵੇਲੇ ਬੈਂਕਾਂ ਵਗੈਰਾ 'ਚ ਹੈਗੀਆਂ ਨੇ, ਪਰ ਉਹ ਇਕੱਲੇ ਬੋਲਣ ਵਿੱਚ ਹੈਗੀਆਂ, ਲਿਖਣ ਵਿੱਚ ਨਹੀਂ ਹੈਗੀਆਂ। ਤੇ ਜੇ ਇੱਥੇ ਜੌਬ ਕ੍ਰੀਏਟ ਕਰਾਂਗੇ, ਉਹ ਇੱਥੇ ਪ੍ਰਿੰਟ ਕਰਨਗੇ ਤਾਂ ਦੂਸਰੇ ਬੱਚਿਆਂ ਨੂੰ ਉਤਸ਼ਾਹ ਮਿਲੂਗਾ। ਤਾਂ ਜੇ ਅਸੀਂ ਆਪਣੀਆਂ ਦਾਦੀਆਂ ਜਨਾਨੀਆਂ ਆਪਣੀਆਂ ਸਟੋਰੀਆਂ ਲਿਖਣਗੀਆਂ ਤੇ ਇਹ ਜਿਹੜੀ ਹੈਗੀ ਆ, ਚਲੋ ਕੁਝ ਪੁਰਾਣੀਆਂ ਗੱਲਾਂ ਨਾਲ ਸਾਂਝ ਪਾਈਏ ਨਾ, ਇਹਦੇ ਵਿੱਚ ਇਹੀ ਹੈਗੀਆਂ ਨੇ
ਕਿ ਇੱਥੇ ਦੇ ਬੱਚੇ ਜਿਹੜੇ ਆ ਮਾਸੀ ਨੂੰ ਪੁੱਛਦੇ ਹੈਗੇ ਆ ਕਿ ਤੁਸੀਂ ਕਿੱਦਾਂ ਦੀ ਖੇਡ ਖੇਡਦੇ ਸੀਗੇ, ਕਿ ਇੱਥੇ ਦੇ ਬੱਚਿਆਂ ਦੀ ਤੇ ਜਿਹੜੀ ਇੰਡੀਆ ਤੋਂ ਆਏ ਹੁੰਦੀ ਉਹਨਾਂ ਦੀ ਕਮਿਊਨੀਕੇਸ਼ਨ ਹੈਗੀ ਹੈ। ਰਾਈਟ, ਓਕੇ। ਕਿ ਬਈ ਉੱਥੇ ਖਾਣਾ ਕੀ ਖਾਂਦੇ ਸੀ, ਤੁਹਾਡਾ ਬ੍ਰੇਕਫਾਸਟ ਕੀ ਸੀਗਾ, ਸਕੂਲ ਤੋਂ ਬਾਅਦ ਤੁਹਾਡਾ ਕੀ ਖਾਣਾ ਸੀ, ਉਹ ਦਾਣੇ ਵਗੈਰਾ ਦੱਸਣੇ ਮੈਂ, ਤੇ ਸਵੇਰ ਨੂੰ ਕੀ ਖਾਂਦੇ ਸੀਗੇ, ਚੂਰੀ ਵਗੈਰਾ, ਦਹੀਂ ਵਗੈਰਾ, ਉਹਦੀ ਗੱਲ ਕਰਨੀ, ਤੇ ਫਿਰ ਕੁਝ ਸ਼ਰਾਰਤਾਂ ਦੀਆਂ ਹੈਗੀਆਂ ਵੀ ਸ਼ਰਾਰਤਾਂ ਅਸੀਂ ਕੀ ਕੀਤੀਆਂ ਸੀ। ਠੀਕ ਹੈ। ਤਾਂ ਉਹਨਾਂ ਦੀ ਸੱਜਾ ਕੀ ਮਿਲਦੀ ਸੀ, ਅੱਛਾ ਜੀ। ਉਹ ਵੀ ਲਿਖੀਆਂ ਹੈਗੀਆਂ, ਤੇ ਇਦਾਂ ਦੀ ਇਹ ਇਕੱਠੀ ਕਰਕੇ ਇਹ ਬਣਾਈ ਹੈਗੀ ਆ। Right. ਸੋ ਇਹਨਾਂ ਮੈਂ ਕਿਤਾਬਾਂ ਦਾ ਮੈਂ ਇੱਕ ਤਾਂ ਬੱਚਿਆਂ ਨੂੰ ਪੜ੍ਹ ਸਕਦੇ ਨੇ ਕਿਉਂਕਿ ਸੌਖੀ ਪੰਜਾਬੀ ਵਿੱਚ ਹੈਗਾ। ਰਾਈਟ। ਇੱਕ ਮੈਂ ਚਾਹੁੰਦੀ ਹਾਂ ਕਿ ਨਾਨੀਆਂ, ਦਾਦੀਆਂ, ਬਾਬੇ ਜਿਹੜੇ ਨਾਨੇ ਹੈਗੇ ਨਾ, ਉਹ ਆਪਣੀ ਘਰ ਦੀ ਜਿਹੜੀਆਂ ਹੈਗੀਆਂ ਨੇ ਕਹਾਣੀਆਂ, ਜਿੱਦਾਂ ਮੇਰਿਆਂ ਨੇ ਲਿਖੀਆਂ ਹੈਗੀਆਂ, ਘਰ ਦੀਆਂ ਕਹਾਣੀਆਂ ਆਪਣੀਆਂ ਛੋਟੀਆਂ ਛੋਟੀਆਂ ਲਿਖਣ। ਰਾਈਟ। ਕਿ ਮੈਂ ਜਦੋਂ ਮੈਂ ਮਦਦ ਕਰਦੀ ਸੀਗੀ ਘਰ ਵਿੱਚ, ਕਿਹੜਾ ਕੰਮ ਕਰਦੀ ਸੀ, ਉਹ ਛੋਟੀ ਜਿਹੀ ਕਹਾਣੀ, ਉਹ ਜਿਹੜੇ ਬੱਚੇ ਹੈਗੇ ਉਹ ਪੜ੍ਹਨਗੇ, ਉਹ ਕਨੈਕਟ ਹੋਊਗੇ। ਰਾਈਟ। ਮੈਨੂੰ ਇਹਨਾਂ ਗੱਲਾਂ ਨਾਲ ਬਹੁਤ ਕਨੈਕਟ ਹੋਈਆਂ ਮੈਂ ਆਪਣੇ ਬੱਚਿਆਂ ਨਾਲ। ਰਾਈਟ। ਸੋ ਇਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਨੈਕਸ਼ਨ ਦੀ ਲੋੜ ਹੈਗੀ, ਲੇਕਿਨ ਇੱਥੋਂ ਦੇ ਬੱਚੇ ਜੋ ਆਮ ਤੌਰ ਤੇ ਸੁਣਨ ਨੂੰ ਮਿਲਦਾ ਹੈਗਾ ਤੇ ਦੇਖਣ ਨੂੰ ਵੀ ਦਿੰਦਾ ਕਿ ਇੰਗਲਿਸ਼ ਵਿੱਚ ਕਿਉਂਕਿ ਜ਼ਿਆਦਾ ਹੁੰਦਾ, ਤੇ ਉਹ ਘਰਾਂ ਦੇ ਵਿੱਚ ਵੀ ਕਈ ਵਾਰ ਦਾਦੀਆਂ ਜਾਂ ਨਾਨੀਆਂ ਆਫ ਕੋਰਸ ਇੰਗਲਿਸ਼ ਤਾਂ ਬੋਲ ਨਹੀਂ ਸਕਦੀਆਂ, ਲੇਕਿਨ ਉਹ ਕਮਿਊਨੀਕੇਸ਼ਨ ਹੁੰਦੀ ਨਹੀਂ ਬੱਚਿਆਂ ਦੇ ਨਾਲ। ਸੋ ਤੁਸੀਂ ਇਹ ਥੋੜ੍ਹਾ ਜਿਹਾ ਦੱਸੋ ਸਾਨੂੰ ਕਿ ਇਹ ਕਿਤਾਬਾਂ ਦੇ ਰਾਹੀਂ ਜਿਹੜਾ ਤੁਸੀਂ ਇੱਕ ਕੋਸ਼ਿਸ਼ ਕਰ ਰਹੇ ਹੈਗੇ ਹੋ ਕਿ ਦਾਦੀਆਂ, ਨਾਨੀਆਂ ਜਾਂ ਮਾਵਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਪੰਜਾਬੀ ਸਿਖਾ ਸਕਣ, ਕਿੱਥੇ ਪ੍ਰੋਬਲਮ ਆਉਂਦੀ? ਤੁਸੀਂ ਵੀ ਕੋਈ ਚੈਲੰਜਸ ਫੇਸ ਕੀਤੇ ਜਾਂ ਤੁਹਾਡੇ ਕੋਲ ਆ ਕੇ ਦੱਸਦੇ ਨੇ ਤੁਹਾਨੂੰ ਮਾਵਾਂ ਜਾਂ ਦਾਦੀਆਂ ਕਿ ਬਈ ਬੱਚੇ ਤਾਂ ਸੁਣਦੇ ਨਹੀਂ ਹੈਗੇ, ਤਾਂ ਸਾਡੇ ਨਾਲ ਇੰਗਲਿਸ਼ ਵਿੱਚ ਇੰਟਰੈਕਟ ਕਰਨਾ ਚਾਹੁੰਦੇ ਨੇ? ਹਾਂਜੀ, ਕਹਿੰਦੇ ਹੈਗੇ ਆ, ਪਰ ਉਹਨਾਂ ਨੂੰ ਤੁਸੀਂ ਬੋਲਣ ਦਿਓ, ਪਰ ਤੁਸੀਂ ਬੋਲੀ ਜਾਓ। ਓਕੇ। ਤੁਸੀਂ ਬੋਲੀ ਜਾਓ। ਰਾਈਟ। ਤੁਸੀਂ ਉਹਨੂੰ ਜ਼ਿਆਦਾ ਨਾ ਰੋਕੋ ਕਿ ਵੀ ਤੁਸੀਂ, ਕਿ ਆਪਾਂ ਕਹਿੰਦੇ ਆ ਨਾ ਪੰਜਾਬੀ ਸਾਡੀ ਮਾਂ ਹੈਗੀ, ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਮਾਂ ਬੋਲੀ ਹੈਗੀ ਹੈ ਅੰਗਰੇਜ਼ੀ ਹੈਗੀ ਹੈ। ਠੀਕ ਹੈ। ਹੈ ਨਾ, ਪਰ ਅਸੀਂ ਇੱਕ ਹੋਰ ਸਾਡੀ ਜਿਹੜੀ ਮਾਂ ਬੋਲੀ ਅਸੀਂ ਉਹਨਾਂ ਨੂੰ ਸਿਖਾਣੀ ਹੈਗੀ ਹੈ ਨਾ, ਪਰ ਉਹਨਾਂ ਨੂੰ ਬੋਲਣ ਦਿਓ, ਪਰ ਤੁਸੀਂ ਬੋਲੀ ਜਾਓ ਤੇ ਜਿਹੜੀ ਗੱਲ ਕਰਨੀ ਉਹ ਕਰੀ ਜਾਓ। ਪਰ ਖੇਡਣ ਵਿੱਚ ਜਦੋਂ ਤੁਸੀਂ ਫਨ ਕਰਦੇ ਹੈਗੇ ਹੋ ਨਾ, ਇਹ ਲੋਰੀਆਂ ਦਾ ਫਨ ਹੈਗਾ ਨਾ, ਤੇ ਉਹ ਜਦੋਂ ਫਨ ਦੇ ਵਿੱਚ ਤੁਸੀਂ ਗਾਈ ਜਾਓ, ਉਹ ਬੱਚਾ ਆਪਣੇ ਆਪ ਉਹ ਗਾਉਣ ਲੱਗ ਜਾਂਦਾ ਹੈਗਾ। ਰਾਈਟ। ਸਿੱਖਣ ਲੱਗ ਜਾਂਦਾ ਹੈਗਾ। ਉਹਨੂੰ ਪਤਾ ਤਾਂ ਨਹੀਂ ਮੈਂ ਕੀ ਗਾ ਰਿਹਾ ਹੈਗਾ, ਪਰ ਕਿਉਂਕਿ ਉਹ ਰਿਦਮ ਵਿੱਚ ਹੈਗਾ, ਕੁਝ ਮਿਊਜ਼ਿਕ ਵਿੱਚ ਹੈਗਾ, ਉਹ ਇਸ ਕਰਕੇ ਉਹ ਸੌਖਾ ਸਿੱਖ ਜਾਂਦੇ ਹੈਗੇ। ਅਸੀਂ ਇਹੀ ਕਰਦੇ ਸੀਗੇ ਜਦੋਂ ਬਾਹਰ ਜਾਂਦੇ ਸੀਗੇ ਨਾ, ਅਸੀਂ ਕੋਈ ਲੋਰੀ ਲਾ ਲੈਣੀ, ਉਹ ਮੈਂ ਗਾਉਣ ਲੱਗ ਜਾਣਾ, ਫਿਰ ਹੌਲੀ ਹੌਲੀ ਉਹਨਾਂ ਨੇ ਵੀ। ਹੁਣ ਵੀ ਮੈਂ ਆਪਣੇ ਜਿਹੜੇ ਛੋਟੇ ਪੋਤੇ ਉਹ ਹੈਗੇ ਕੈਲੀਫੋਰਨੀਆ, ਤੇ ਮੇਰਾ ਲੜਕਾ ਵੀ ਇਹੀ ਕਹਿੰਦਾ ਕਿ ਚੁੱਪ ਕਰਕੇ ਤੁਸੀਂ ਕਹੋ ਨਾ ਇਹਨੂੰ ਕਿ ਵੀ ਮੈਂ ਸਿਖਾ ਰਹੀ ਹੈਗੀ, ਤੁਸੀਂ ਕਰੀ ਜਾਓ। ਸੋ ਉਹਨਾਂ ਦੇ ਨਾਲ ਪਾਰਟਿਸਿਪੇਟ ਕਰੋ ਤੇ ਹੌਲੀ ਹੌਲੀ ਤੁਸੀਂ ਆਪਣਾ ਕੰਮ ਕਰੀ ਚੱਲੋ, ਤੇ ਉਹਦਾ ਇੰਪੈਕਟ ਤੁਹਾਡਾ ਸਮਝਣਾ ਕਿ ਉਹ ਪਏਗਾ। ਹੁੰਦਾ ਹੈਗਾ। ਰਾਈਟ। ਇਹਦੇ ਬਾਰੇ ਹੋਰ ਗੱਲਬਾਤ ਕਰਨੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ, ਕਿ ਜਿੱਥੇ ਤੁਸੀਂ ਇਹ ਲਿਖਤਾਂ ਰਾਹੀਂ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਜੋੜਿਆ ਜਾਏ, ਪਰ ਨਾਲ ਤੁਸੀਂ ਇੱਕ DVD ਵੀ ਕੱਢੀ, ਉਹਦੇ ਵਿੱਚ ਤੁਸੀਂ ਜੋ ਕੁਝ ਕੀਤਾ, ਤੇ ਨਾਲ ਹੋਰ ਅੰਗਰੇਜ਼ੀ ਦੇ ਵਿੱਚ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਆਪਣੀ ਕਮਿਊਨਿਟੀ ਬਾਰੇ ਬਾਕੀ ਕਮਿਊਨਿਟੀਜ਼ ਨੂੰ ਵੀ ਪਤਾ ਚੱਲੇ, ਅਸੀਂ ਆਪਣੇ ਜਿਹੜੇ ਚੰਗੇ ਪੁਆਇੰਟਸ ਨੇ ਉਹਨਾਂ ਨੂੰ ਦੱਸ ਸਕੀਏ। ਇਸ ਬਾਰੇ ਗੱਲ ਕਰਨੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866-790-8984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਬ੍ਰੇਕ ਤੋਂ ਬਾਅਦ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਅਵਿਨਾਸ਼ ਕੌਰ ਗਿੱਲ ਜੀ ਨਾਲ, ਜਿਹੜੇ ਵੱਲੋਂ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਸਾਡੇ ਸੱਭਿਆਚਾਰ ਦੇ ਬਾਰੇ ਸਿੰਪਲ ਪੰਜਾਬੀ ਦੇ ਵਿੱਚ ਦੱਸਿਆ ਜਾ ਸਕੇ। ਇਸੇ ਸੰਬੰਧ ਵਿੱਚ ਆਓ ਹੋਰ ਜਾਣਕਾਰੀ ਲੈਣੇ। ਜੀ ਅਵਿਨਾਸ਼ ਜੀ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਕਿ ਕਿਤਾਬਾਂ ਰਾਹੀਂ ਤੁਸੀਂ ਇਹ ਕੋਸ਼ਿਸ਼ ਕੀਤੀ, ਨਾਲ ਤੁਸੀਂ ਇੱਕ DVD ਵੀ ਕ੍ਰੀਏਟ ਕੀਤੀ ਨਾਦ ਫਾਊਂਡੇਸ਼ਨ ਦੇ ਸਹਿਯੋਗ ਨਾਲ। ਸੋ ਇਹ ਸਾਰਾ ਕੁਝ ਕਰਨ ਦੇ ਨਾਲ ਹੁਣ ਜਿਸ ਤਰ੍ਹਾਂ ਇਹ ਕਿਤਾਬਾਂ ਨੇ ਜਾ ਰਹੀਆਂ ਨੇ, ਬਾਹਰ ਜਾ ਰਹੀਆਂ ਨੇ, ਕੀ ਇੰਪੈਕਟ ਪੈ ਰਿਹਾ? ਕੀ ਤੁਸੀਂ ਸੁਣ ਰਹੇ ਹੋ ਜਦੋਂ ਬੱਚਿਆਂ ਨਾਲ ਇਹ ਸ਼ੇਅਰ ਕੀਤਾ ਜਾਂਦਾ ਹੈ? ਆਰ ਦੇ ਗ੍ਰੈਸਪਿੰਗ ਇਟ? ਮੈਂ ਆਸ ਤਾਂ ਇਹੀ ਰੱਖਦੀ ਹੈਗੀ, ਮੈਂ ਕਿਸੇ ਕੋਲ ਜਾ ਕੇ ਪੁੱਛਦੀ ਤਾਂ ਨਹੀਂ ਹੈਗੀ ਤੁਸੀਂ ਕਰ ਰਹੇ ਕਿ ਨਹੀਂ, ਪਰ ਮੈਂ ਆਸ ਰੱਖਦੀ ਹੈਗੀ। ਸੋ ਇਹ ਕਿਤਾਬਾਂ ਜਿਹੜੀਆਂ ਨੇ ਇਹ ਬੁੱਕ ਫਰਮ ਇੰਡੀਆ ਉਹਦੇ ਵਿੱਚ ਰੱਖੀਆਂ ਹੋਈਆਂ ਨੇ, ਤੇ ਦਸ਼ਮੇਸ਼ ਗੁਰਦੁਆਰੇ ਦੇ ਨੇੜੇ ਜਿਹੜੀ ਦੁਕਾਨ ਹੈਗੀ ਆ ਕਿਤਾਬਾਂ ਦੀ, ਉੱਥੇ ਰੱਖੀਆਂ ਹੋਈਆਂ ਨੇ। ਪਬਲਿਕ ਲਾਇਬ੍ਰੇਰੀ ਵਿੱਚ ਹੈਗੀਆਂ ਨੇ, ਤੇ ਨਿਊਟਨ ਲਾਇਬ੍ਰੇਰੀ ਵਿੱਚ, ਨਿਊ ਵੈਸਟ ਮਿਨਿਸਟਰ ਲਾਇਬ੍ਰੇਰੀ, ਬਰਨਬੀ, ਵੈਨਕੂਵਰ, ਐਬਟਸਫੋਰਡ। ਪਰ ਤੁਸੀਂ ਇਹ ਕਿਤਾਬਾਂ ਕਿਸੇ ਵੀ ਲਾਇਬ੍ਰੇਰੀ ਵਿੱਚ ਜਾ ਕੇ ਕਹਿ ਦਿਓ
ਕਿ ਸਾਨੂੰ ਇਹ ਕਿਤਾਬਾਂ ਚਾਹੀਦੀਆਂ ਹੈਗੀਆਂ ਨੇ, ਤਾਂ ਉਹ ਤੁਹਾਨੂੰ ਉੱਥੇ ਮੰਗਵਾ ਦਿੰਦੇ ਨੇ, ਹੈ ਨਾ, ਰਾਈਟ, ਮੰਗਵਾ ਦਿੰਦੇ ਹਨ। ਤਾਂ ਅਵਨਾਸ਼ ਜੀ, ਇਹ ਤੁਸੀਂ ਕਿਉਂ ਮਹਿਸੂਸ ਕਰਦੇ ਹੋ ਕਿ ਜ਼ਰੂਰੀ ਹੈਗਾ ਕਿ ਪੰਜਾਬੀ ਮਾਂ ਬੋਲੀ ਨਾਲ, ਆਫ ਕੋਰਸ ਉਹਨਾਂ ਦੀ ਬੋਲੀ ਮਾਂ ਨਹੀਂ ਹੈਗੀ ਹੈ, ਲੇਕਿਨ ਬੱਚਿਆਂ ਨੂੰ ਜਿਹੜਾ ਹੈਗਾ ਇਹ ਜ਼ਰੂਰ ਉਹਨਾਂ ਤੱਕ ਇਹ ਗੱਲ ਪਹੁੰਚੇ? ਤੇ ਖਾਸ ਤੌਰ 'ਤੇ ਇੱਕ ਹੋਰ ਚੀਜ਼ ਹੈ ਜਿਸ ਅਸੀਂ ਦੇਖ ਰਹੇ ਹਾਂ ਕਿ ਜੋ ਸਾਡਾ ਸੱਭਿਆਚਾਰ ਹੈਗਾ ਉਸ ਨੂੰ ਜਿਸ ਤਰ੍ਹਾਂ ਅਸੀਂ ਪ੍ਰੋਜੈਕਟ ਕਰ ਰਹੇ ਹਾਂ, ਬਟ ਅਸਲ ਮੂਲ ਤਾਂ ਸਾਡਾ ਹੈਗਾ ਕਿ ਸਾਡਾ ਧਰਮ ਜਿਹੜਾ ਹੈਗਾ ਉਹਦੇ ਤੋਂ ਅਸੀਂ ਇਨਸਪੀਰੇਸ਼ਨ ਰਹਿ ਕੇ ਅੱਗੇ ਬੱਚਿਆਂ ਨੂੰ ਜੋੜਨਾ ਹੈਗਾ। ਕਿ ਕੁਝ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੁਝ ਐਸੀਆਂ ਵੀ ਲਿਖਤਾਂ ਹੋਣ ਜਿਹੜੀਆਂ ਕਿ ਸਿੰਪਲ ਲੈਂਗੁਏਜ ਵਿੱਚ ਬੇਸਿਕ ਫੰਡਾਮੈਂਟਲਸ ਜਿਹੜੇ ਸਿੱਖੀ ਦੇ ਨੇ ਉਹ ਦੱਸੇ ਜਾ ਸਕਣ? ਹਾਂਜੀ, ਕਿਉਂਕਿ ਸਾਨੂੰ ਫਿਰ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੈਗੇ, ਅਸੀਂ ਬੱਚੇ ਓਵਰਵਾਰਮਡ ਹੋ ਜਾਂਦੇ ਹੈਗੇ, ਹੈ ਨਾ, ਉਹਨਾਂ ਨੂੰ ਸਮਝ ਨਹੀਂ ਪੈਂਦੀ ਹੈਗੀ। ਪਰ ਜੇ ਘਰ ਵਿੱਚ ਛੋਟੀ ਛੋਟੀ ਬੱਚਿਆਂ ਦੇ ਢੰਗ ਦੀ ਕਿਤਾਬ ਹੋਵੇ ਨਾ, ਉਹ ਮੇਰਾ ਖਿਆਲ ਕਿ ਜ਼ਰੂਰ ਦੇਖੋਗੇ, ਕਿਉਂਕਿ ਉਹਦੇ ਵਿੱਚ ਪਿਕਚਰ ਹੋਊਗੀ, ਰੰਗ ਹੋਊਗਾ, ਉਹ ਉਹਨਾਂ ਦੀ ਖਿਡੌਣਿਆਂ ਵਿੱਚ ਪਈ ਹੋਗੀ। ਤੇ ਮੈਂ ਇੱਕ ਕੋਸ਼ਿਸ਼ ਕਰ ਰਹੀ ਹੈਗੀ ਹਾਂ ਛੋਟੀ ਜਿਹੀ ਬੱਚਿਆਂ ਲਈ, ਇਹ ਹੈਗਾ ਗੁਰੂ ਸ਼ਬਦ। ਓਕੇ। ਤੇ ਇਹਦੇ ਵਿੱਚ ਆਪਣਾ ਨਿਤਨੇਮ ਕਹਿ ਲਓ, ਉਹਦੀ ਪਹਿਲੀ ਪੌੜੀ ਦੇ ਵਿੱਚ ਜਿੱਦਾਂ ਲਿਖਿਆ, ਫਿਰ ਉਹਦੇ ਅੰਗਰੇਜ਼ੀ ਵਿੱਚ ਲਿਖਿਆ, ਫਿਰ ਉਹਦਾ ਪੰਜਾਬੀ ਵਿੱਚ ਟ੍ਰਾਂਸਲੇਸ਼ਨ ਕਰੀ, ਫਿਰ ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਕਰੀ। ਇਹ ਕਿਤਾਬ ਜਿਹੜੀ ਹੈਗੀ ਇਹਦੇ ਵਿੱਚ ਪਿਕਚਰਾਂ ਨੇ, ਰਾਈਟ, ਤੇ ਉਹਦੇ ਨਾਲ ਵੀ ਥੋੜਾ ਫਰਕ ਪੈਂਦਾ ਹੈਗਾ। ਨਿਆਣੇ ਪਿਕਚਰਾਂ ਦੇ ਰੰਗ ਦੇ ਨਾਲ ਬਹੁਤ ਪ੍ਰਭਾਵਿਤ ਹੁੰਦੇ ਹੈਗੇ, ਹੈ ਨਾ। ਜੇ ਪੜ੍ਹੋਗੇ ਨੇ, ਖੇਡੋਗੇ, ਖੇਡਦੇ ਫਿਰ ਕੁਐਸਚਨ ਕਰੋਗੇ ਇਹ ਕੀ ਹੈਗਾ। ਕਿਤਾਬਾਂ ਜਿਹੜੀਆਂ ਹੈਗੀਆਂ ਜ਼ਿਆਦਾ ਲੋਕ ਆਪਣੇ ਬੰਦ ਰੱਖਦੇ ਹੈਗੇ, ਪਰ ਇਹ ਕਿਤਾਬਾਂ ਜਿਹੜੀਆਂ ਹੈਗੀਆਂ ਇਹ ਖਿਡੌਣਿਆਂ ਦੇ ਨੇੜੇ ਕਿਤੇ ਹੋਣੀਆਂ ਚਾਹੀਦੀਆਂ, ਠੀਕ ਹੈ, ਤਾਂ ਜੋ ਉਹ ਦੇਖ ਕੇ ਦੇਖਣ ਤੇ ਕੁਐਸਚਨ ਕਰਨ। ਜਦੋਂ ਉਹਨੇ ਕੁਐਸਚਨ ਕੀਤੇ ਤੇ ਫਿਰ ਤੁਸੀਂ ਜਵਾਬ ਦੇ ਸਕਦੇ ਹੈਗੇ। ਉਹ ਜੇ ਕਿਤਾਬਾਂ ਤੁਸੀਂ ਅਲਮਾਰੀ ਵਿੱਚ ਸਾਂਭ ਕੇ ਰੱਖੀ ਜਾਣੀਆਂ ਹੈਗੀਆਂ, ਫਿਰ ਉਹ ਦੇਖਦੇ ਨਹੀਂ ਹੈਗੇ, ਕੁਐਸਚਨ ਨਹੀਂ ਕਰਦੇ ਹੈਗੇ। ਰਾਈਟ। ਸੋ ਤੁਸੀਂ ਜਦੋਂ ਇਹ ਕਿਤਾਬਾਂ ਲਿਖਦੇ ਹੋ ਜਾਂ ਜਿਹੜੀਆਂ ਪਿਕਚਰਾਈਜੇਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕਿ ਇਜ਼ ਇਟ ਇਨ ਸਿੰਕਰਨਿਸਿਟੀ ਵਿਦ ਵਾਟ ਇਜ਼ ਹੈਪਨਿੰਗ ਅਰਾਊਂਡ ਹੇਅਰ, ਸਾਡੇ ਆਲੇ ਦੁਆਲੇ ਹੁੰਦਾ? ਕਿਉਂਕਿ ਮਿਸਾਲ ਦੇ ਤੌਰ ਦੇ ਉੱਤੇ ਹੁਣ ਜਿਸ ਤਰ੍ਹਾਂ ਅਸੀਂ ਕਾਇਦੇ ਦੀ ਗੱਲ ਕਰਨੇ ਆ, ਤੇ ਜ਼ਿਆਦਾਤਰ ਤਾਂ ਸਾਡੀਆਂ ਕਿਤਾਬਾਂ ਪੰਜਾਬ ਤੋਂ ਹੀ ਆਉਂਦੀਆਂ ਨੇ। ਹੁਣ ਉਹਦੇ 'ਚ ਕਈ ਕੱਕੇ ਤੋਂ ਜਿਸ ਤਰ੍ਹਾਂ ਹੈਗਾ ਕੂਆ ਜਾਂ ਊੜੇ ਤੋਂ ਊਠ ਦਿਖਾਇਆ ਗਿਆ, ਉਹ ਬੱਚਿਆਂ ਨੇ ਦੇਖਿਆ ਨਹੀਂ ਹੈਗਾ, ਤੇ ਇੱਥੇ ਉਹ ਰਿਲੇਟ ਨਹੀਂ ਕਰ ਸਕਦੇ। ਸੋ ਕੀ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਇੱਥੇ ਜਿਹੜੀਆਂ ਬੁੱਕਸ ਛਾਪ ਰਹੇ ਹੋ ਉਹਦੇ ਵਿੱਚ ਜਿਹੜੀ ਚੀਜ਼ ਨੂੰ ਤੁਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਰਿਲੇਟ ਹੋਣ ਇੱਥੋਂ ਦੇ ਨਾਲ? ਹਾਂਜੀ, ਹਾਂਜੀ, ਇੱਥੇ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਬੇਸ਼ੱਕ ਉਹ ਕਹਾਣੀ ਇੰਡੀਆ ਦੀ ਹੈਗੀ, ਪਰ ਗੱਲ ਇੱਥੇ ਦੀ ਹੋਣੀ ਚਾਹੀਦੀ ਹੈਗੀ, ਤਾਂ ਜੋ ਉਹ ਰਿਲੇਟ ਕਰ ਜਾਏ। ਜਦੋਂ ਰਿਲੇਟ ਨਹੀਂ ਕਰਦਾ ਬੱਚਾ, ਤਾਂ ਉਹ ਬੇਸ਼ੱਕ ਤੁਸੀਂ ਜਿੰਨਾ ਮਰਜ਼ੀ ਦੱਸੀ ਜਾਓ, ਉਹ ਨਹੀਂ ਗ੍ਰਾਸਪ ਕਰਦਾ, ਉਹ ਰੱਖਦਾ ਨਹੀਂ ਆਪਣੇ ਦਿਮਾਗ ਵਿੱਚ। ਜਦੋਂ ਉਹਨਾਂ ਦੇ ਆਪਣੇ ਘਰ ਦੀ ਗੱਲ ਹੋ ਰਹੀ ਹੈ, ਜਦੋਂ ਉਹਨਾਂ ਦੀ ਆਪਣੀ ਦਾਦੀ ਦੀ ਗੱਲ ਹੋ ਰਹੀ ਹੈ, ਜਦੋਂ ਉਹਨਾਂ ਦੀ ਨਾਨੀ ਦੀ ਗੱਲ ਹੋ ਰਹੀ ਹੈਗੀ, ਉਹਦੀ ਮਾਂ ਦੇ ਪਿੰਡ ਦੀ ਗੱਲ ਹੋ ਰਹੀ ਹੈਗੀ, ਫਿਰ ਉਹ ਇੰਟਰਸਟ ਲੈਂਦੇ ਕਿ ਮੇਰੀ ਮਾਂ ਦਾ ਪਿੰਡ ਹੈ, ਠੀਕ ਹੈ, ਉਹ ਇਹ ਕਿਸੇ ਅਵਿਨਾਸ਼ ਦਾ ਨਹੀਂ ਹੈਗਾ, ਇਹ ਮੇਰੀ ਮਾਂ ਦਾ ਪਿੰਡ ਹੈ। ਇਸ ਕਰਕੇ ਮੈਂ ਕਹਿੰਦੀ ਕਿ ਨਾਨੀਆਂ ਦਾਦੀਆਂ ਨੂੰ ਆਪਣੇ ਘਰ ਦੀਆਂ ਛੋਟੀਆਂ ਕਹਾਣੀਆਂ ਇੱਕ ਪੇਜ ਦੀ ਕਰਕੇ ਉਹ ਕ੍ਰੀਏਟ ਕਰੋ, ਤਾਂ ਜੋ ਫਿਰ ਨਿਆਣੇ, ਇੱਕ ਤਾਂ ਘਰ ਦੀ ਹਿਸਟਰੀ ਹੋ ਗਈ ਜੀ, ਤੇ ਦੂਸਰਾ ਹੋ ਗਿਆ ਕਿ ਉਹਨਾਂ ਨੂੰ ਉਹ ਕਨੈਕਟ ਹੁੰਦੇ ਤੁਹਾਡੇ ਨਾਲ ਵੀ, ਤਾਂ ਗੱਲ ਸ਼ੇਅਰ ਕਰਦੇ ਆ, ਉਹ ਤੁਹਾਨੂੰ ਕੁਐਸਚਨ ਪੁੱਛਦੇ ਕਿ ਤੁਹਾਡਾ ਪਿੰਡ ਕਿੱਦਾਂ ਦਾ ਸੀ, ਤੁਹਾਡਾ ਸਕੂਲ ਕਿੱਦਾਂ ਦਾ ਸੀਗਾ, ਫਿਰ ਉਹਦੇ ਨਾਲ ਉਹ ਜੇ ਉਹ ਨਹੀਂ ਪੰਜਾਬੀ ਹਜੇ ਲਿਖ ਰਿਹਾ ਹੈਗਾ, ਤੁਸੀਂ ਲਿਖ ਦਿਓ, ਤੁਸੀਂ ਛੋਟੀ ਕਿਤਾਬ ਕਰਕੇ ਬਣਾ ਕੇ ਘਰ ਲਿਖ ਦਿਓ, ਜਾਂ ਤੁਸੀਂ ਉਹ ਸਟੋਰੀ ਆਪਣੇ ਬੱਚੇ ਨੂੰ ਸੁਣਾਓ, ਤੇ ਜਿਹਨਾਂ ਨੂੰ ਪੰਜਾਬੀ ਆਉਂਦੀ ਉਹਨਾਂ ਨੂੰ ਕਹੋਗੇ ਹਾਂ ਮੈਂ ਤੇ ਸਟੋਰੀ ਸੁਣਾਉਣੀ, ਤੁਸੀਂ ਲਿਖੋ, ਠੀਕ ਹੈ। ਫਿਰ ਹੁਣ ਯੂ ਆਰ ਕਨੈਕਟਿੰਗ, ਰਾਈਟ। ਸੋ ਉਹ ਕਨੈਕਸ਼ਨ ਦੀ ਬਹੁਤ ਜ਼ਰੂਰਤ ਹੈਗੀ। ਹਾਂਜੀ, ਇਸ ਵੇਲੇ ਮੇਰਾ ਛੋਟਾ ਪੋਤਾ 13 ਸਾਲ ਦਾ ਹੈਗਾ, ਤੇ ਹੀ ਇਜ਼ ਟੇਕਿੰਗ ਇੰਟਰਸਟ ਇਨ ਮਾਈ ਬੁੱਕਸ, ਠੀਕ ਹੈ, ਐਂਡ ਉਹ ਵੈਬਸਾਈਟ ਬਣਾ ਰਿਹਾ ਹੈਗਾ ਕਿ ਹੌਲੀ ਕਰਕੇ ਉਹ ਉੱਥੇ ਪਾ ਰਿਹਾ ਹੈਗਾ, ਐਂਡ ਇਹਦੇ ਨਾਲ ਮੈਨੂੰ ਕਿੰਨਾ ਮਾਣ ਹੋ ਰਿਹਾ ਹੈਗਾ, ਅਤੇ ਉਸ ਨੂੰ ਵੀ ਬੜਾ ਮਾਣ ਹੋ ਰਿਹਾ, ਮੇਰੇ ਲੜਕੇ ਨੂੰ ਮਾਣ ਹੋ ਰਿਹਾ, ਮੇਰੀ ਨੂੰਹ ਖੁਸ਼ ਹੋ ਰਹੀ ਹੈਗੀ ਹੈ ਕਿ ਮੇਰਾ ਬੱਚਾ ਕੁਝ ਸਿੱਖ ਰਿਹਾ ਹੈ। ਤੇ ਇਦਾਂ ਦੀਆਂ ਗੱਲਾਂ ਜਿਹੜੀਆਂ ਛੋਟੀਆਂ ਹੈਗੀਆਂ, ਰਾਈਟ, ਬਹੁਤ ਛੋਟੀਆਂ ਨਾਲ ਫਰਕ ਪੈਂਦਾ, ਵੱਡੀਆਂ ਨਾਲ ਨਹੀਂ ਫਰਕ ਪੈਂਦਾ, ਛੋਟੀਆਂ ਨਾਲ ਫਰਕ। ਬਿਲਕੁਲ ਸਹੀ ਕਿਹਾ ਜੀ। ਜਦੋਂ ਕਨੈਕਸ਼ਨ ਹੁੰਦਾ ਹੈ ਫਿਰ ਇੱਕ ਬੌਂਡਿੰਗ ਹੁੰਦੀ ਹੈ, ਬੌਂਡਿੰਗ ਦੇ ਨਾਲ ਰਿਸ਼ਤਿਆਂ ਦੇ ਵਿੱਚ ਬਿਹਤਰੀ ਆਉਂਦੀ, ਜਿਹੜੀ ਕਿ ਅੱਜ ਅਨਫੋਰਚੂਨੇਟਲੀ ਸਾਡੇ ਸਮਾਜ 'ਚ ਅਸੀਂ ਦੇਖ ਰਹੇ ਕਿ ਉਹ ਤਰੇੜਾਂ ਪੈ ਰਹੀਆਂ। ਇਸ ਤੋਂ ਇਲਾਵਾ ਤੁਸੀਂ ਇੰਗਲਿਸ਼ ਵਿੱਚ ਵੀ ਕੋਸ਼ਿਸ਼ ਕਰ ਰਹੇ ਹੋ ਕਿ ਆਪਣੇ ਕਲਚਰ ਬਾਰੇ, ਆਪਣੇ ਜਿਹੜੇ ਸਾਡੇ ਵਧੀਆ ਸਾਡੇ ਕਰੈਕਟਰਿਸਟਿਕਸ ਹੈਗੀਆਂ ਨੇ, ਉਹ ਬਾਕੀ ਕਮਿਊਨਿਟੀਜ਼ ਨੂੰ ਪਤਾ ਚੱਲ ਸਕਣ, ਉਹ ਕਿਸ ਤਰੀਕੇ ਨਾਲ ਤੁਸੀਂ ਕਰ ਰਹੇ ਹੋ? ਹਾਂਜੀ, ਇੱਕ ਤਾਂ ਕੋਕਟਲਮ ਵਿੱਚ ਮੈਂ ਰਹਿੰਦੀ ਹੈਗੀ, ਉੱਥੇ ਜਿਹੜੀ ਆਪਣੀ ਫਰੇਜ਼ਰ ਮਿਲ ਸੀਗੀ ਉਹ ਉੱਥੇ ਸੀਗੀ। ਅੱਛਾ ਜੀ। ਤੇ 2 ਸਾਲ ਹੋਏ ਉਹਨਾਂ ਨੂੰ ਲਾਇਬ੍ਰੇਰੀ ਨੂੰ ਗ੍ਰਾਂਟ ਮਿਲੀ ਸੀਗੀ, ਤੇ ਉਹਨਾਂ ਨੇ ਇਹ ਕਿਤਾਬ ਲਿਖੀ ਸੀਗੀ, ਕਿਉਂਕਿ ਮੈਂ ਮੈਂਬਰ ਹੈਗੀ ਹਾਂ ਲਾਈਫ ਰਾਈਟਰਸ ਗਰੁੱਪ ਦੀ, ਸੋ ਉਹ ਉੱਥੇ ਆਏ ਸੀਗੇ। ਸੋ ਫਿਰ ਮੈਂ ਇਹ ਓਪਰਚੁਨਿਟੀ ਮੈਨੂੰ ਮਿਲੀ ਕਿ ਮੈਂ
ਆਪਣੀ ਫਰੇਜ਼ਰ ਮੈਲ ਬਾਰੇ ਗੱਲ ਕਰੀ, Right. ਸੋ ਥੋੜੀ ਇੰਟਰਵਿਊ ਕਰੀਆਂ, ਟੇਪ ਕਰੀਆਂ, ਫਿਰ ਉਹ ਉਹਨਾਂ ਨੇ ਇਦਾਂ ਮਤਲਬ ਕਿ ਫਿਰ ਥੋੜਾ ਹਿੱਸਾ ਮੈਂ ਵੀ ਪਾਇਆ ਉਹਦੇ ਵਿੱਚ। ਠੀਕ। ਤੇ ਲਾਈਫ ਰਾਈਟਰ ਗਰੁੱਪਸ ਕੋਈ ਵੀ ਬਣਾ ਸਕਦਾ ਹੈਗਾ। ਠੀਕ ਹੈ। ਇੱਥੇ ਕੋਕਟਲਾ ਵਿੱਚ ਯੂਰਪੀਅਨ ਲਾਈਫ ਰਾਈਟਰ ਗਰੁੱਪ ਹੈਗਾ, ਤੇ ਮੈਂ ਉੱਥੇ ਮਹੀਨੇ ਵਿੱਚ ਇੱਕ ਵਾਰੀ ਇਕੱਠੇ ਹੁੰਦੇ ਹੈਗੇ ਜੀ। ਉਹਨਾਂ ਦਾ ਮਕਸਦ ਇਹੀ ਹੈਗਾ ਕਿ ਘਰ ਦੀਆਂ ਕਹਾਣੀਆਂ ਲਿਖਣੀਆਂ, ਠੀਕ ਹੈ। ਆਪਣੀ ਲਾਈਫ ਦੇ ਐਕਸਪੀਰੀਅੰਸ ਬਾਰੇ ਲਿਖਣਾ, ਤੇ ਕੋਈ ਬਾਹਰੋਂ ਜੋੜ ਘੜ ਕੇ ਨਹੀਂ ਬਣਾਉਣੀ ਹੈਗੀ ਠੀਕ ਹੈ, ਕਹਾਣੀ, ਐਜ਼ ਇਟ ਇਜ਼ ਐਂਡ ਉਸੇ ਜ਼ਬਾਨ ਵਿੱਚ ਲਿਖਣੀ ਹੈ ਜਿੱਦਾਂ ਤੁਸੀਂ ਬੋਲਦੇ ਹੈਗੇ, ਜਿੱਦਾਂ ਆਪਾਂ ਗੱਲ ਕਰਦੇ ਹੈਗੇ, ਠੀਕ ਬੋਲਦੇ ਹੈ, ਹੈਗੇ ਜੀ। ਉਹਦੇ ਨਾਲ ਕਿ ਘਰ ਦੀ ਜਿਹੜੀ ਜ਼ਬਾਨ ਉਹੀ ਹੈਗੀ ਉਹਨਾਂ ਦੇ ਘਰ ਦੀ, ਤਾਂ ਉਹਦੇ ਨਾਲ ਫਰਕ ਪੈਂਦਾ। ਇੱਕ ਤਾਂ ਆਪਣੇ ਪਰਿਵਾਰ ਦੀ ਹਿਸਟਰੀ ਬਣਦੀ ਹੈਗੀ ਹੈ, ਇੱਕ ਅਸੀਂ ਇਕੱਠੇ ਹੋ ਕੇ ਬੈਠਦੇ ਹੈਗੇ ਹਾਂ, ਇੱਕ ਅਸੀਂ ਦੂਸਰੇ ਕਮਿਊਨਿਟੀ ਨੂੰ ਜਾਣਦੇ ਹੈਗੇ ਕਿ ਉਹਨਾਂ ਦੇ ਕੀ ਐਕਸਪੀਰੀਅੰਸ ਤੇ ਆਪਣੇ ਵੀ ਉਹਨਾਂ ਨੂੰ ਦੱਸ ਸਕਦੇ ਹਾਂ, ਆਪਣੇ ਇਹਦੇ ਨਾਲ ਛੋਟੀਆਂ ਬਾਉਂਡਰੀ ਜਿਹੜੀਆਂ ਉਹ ਘਟਦੀਆਂ ਨੇ। ਬਿਲਕੁਲ। ਸੋ ਫਾਈਨਲੀ ਅਵਿਨਾਸ਼ ਜੀ ਇਹ ਦੱਸੋ ਕਿ ਵਿਦ ਯੋਰ ਐਕਸਪੀਰੀਅੰਸ ਅੱਜ ਜੋ ਅਸੀਂ ਆਮ ਤੌਰ ਤੇ ਸੁਣਦੇ ਹੈਗੇ ਆ ਕਿ ਜੀ ਮਾਪਿਆਂ ਵੱਲੋਂ ਕਿ ਬੱਚੇ ਸੁਣਦੇ ਨਹੀਂ ਪਏ, ਬੱਚੇ ਦੂਰ ਹੁੰਦੇ ਜਾ ਰਹੇ ਨੇ, ਉਹ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈਂਦੀਆਂ ਜ਼ਿਆਦੀਆਂ, ਜਨਰੇਸ਼ਨ ਗੈਪ ਹਮੇਸ਼ਾ ਹੀ ਰਹੇ, ਲੇਕਿਨ ਹੁਣ ਕੁਝ ਹੋਰ ਹੀ ਤਰਫ ਕੰਮ ਚੱਲ ਪਿਆ। ਫਾਈਨਲੀ ਸਾਨੂੰ ਦੱਸੋ ਵਿਦ ਯੋਰ ਐਕਸਪੀਰੀਅੰਸ ਕਿ ਤੁਹਾਡਾ ਕੀ ਮੈਸੇਜ ਹੋਏਗਾ ਨਾਨੀਆਂ, ਦਾਦੀਆਂ ਨੂੰ ਤੇ ਮਾਵਾਂ ਤੇ ਪਿਓ ਨੂੰ? ਮੇਰਾ ਇਹ ਹੈਗਾ ਮੈਸੇਜ ਕਿ ਇਕੱਠੇ ਬੈਠ ਕੇ ਇੱਕ ਤਾਂ ਦੂਸਰੀ ਕਮਿਊਨਿਟੀ ਦੀਆਂ ਨਾਲ ਬਾਉਂਡਰੀਆਂ ਤੋੜੋ, ਠੀਕ ਹੈ ਨਾ, ਤੇ ਇੱਕ ਇਕੱਠੇ ਬੈਠ ਕੇ ਇਹ ਆਪਣੀਆਂ ਕਹਾਣੀਆਂ ਘਰ ਦੀਆਂ ਲਿਖੋ, ਛੋਟੀਆਂ ਬੱਚਿਆਂ ਕੋਲੋਂ ਲਿਖਾਓ, ਠੀਕ ਹੈ, ਤੇ ਘਰ ਵਿੱਚ ਰੱਖੋ, ਠੀਕ ਹੈ। ਇਹ ਸਭ ਤੋਂ ਮੇਰਾ ਵੱਡਾ ਹੋਗਾ। ਬਹੁਤ ਖੂਬ ਜੀ, ਇਟ ਵਾਸ ਅ ਪਲੇਜ਼ਰ ਟਾਕਿੰਗ ਯੂ, ਥੈਂਕ ਯੂ ਐਂਡ ਬੈਸਟ ਵਿਸ਼ੇਸ। ਥੈਂਕ ਯੂ ਵੈਰੀ ਮਚ ਫॉर ਇਨਵਾਈਟਿੰਗ ਮੀ।